ਸਤਿ ਸ਼੍ਰੀ ਅਕਾਲ। ਇੰਡੀਆ ਪਲੱਸ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਕਾਂਗਰਸੀ ਆਗੂ ਨੇ ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਦਿੱਤਾ ਧਰਨਾ। ਜ਼ੈਲੈਂਸਕੀ ਨੇ ਲਾਈਵ ਹੋ ਕੇ ਕੀਤੀਆਂ ਭਾਵੁਕ ਗੱਲਾਂ। ਜੇਲ੍ਹ 'ਚ ਮਜੀਠੀਆ ਦੀ ਜਾਨ ਨੂੰ ਖਤਰਾ, ਪਤਨੀ ਨੇ DGP ਨੂੰ ਲਿਖਿਆ ਪੱਤਰ। ਮਨਜਿੰਦਰ ਸਿਰਸਾ ਨੇ ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ਬਾਰੇ ਕੀਤੇ ਵੱਡੇ ਖੁਲਾਸੇ। ਸੁਖਬੀਰ ਬਾਦਲ ਦੀ ਧਮਾਕੇਦਾਰ ਸਪੀਚ, ਸੁਣੋ ਭਾਈ ਰਾਜੂਆਣਾ ਦੀ ਭੈਣ ਕਮਲਦੀਪ ਕੌਰ ਨੂੰ ਕੀ ਕਿਹਾ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਪਹਿਲੀ ਵੱਡੀ ਖਬਰ ਤੋਂ। ਕਾਂਗਰਸੀ ਆਗੂ ਨੇ ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਦਿੱਤਾ ਧਰਨਾ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰ ਕਾਂਗਰਸੀ ਲੀਡਰ ਨਾਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੇ ਉਹਨਾਂ ਨੂੰ ਮਿਲਣ ਪਹੁੰਚੇ, ਪਰ ਉਹਨਾਂ ਨੂੰ ਸੀਐਮ ਮਾਨ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ, ਜਿਸ ਤੇ ਰਾਜਾ ਵੜਿੰਗ ਸਣੇ ਸਾਰੇ ਵੱਡੇ ਲੀਡਰ ਨੇ ਸੀਐਮ ਮਾਨ ਦੀ ਰਿਹਾਇਸ਼ ਅੱਗੇ ਧਰਨਾ ਲਾ ਲਿਆ। ਉਹਨਾਂ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਜਵਾਬ ਨਹੀਂ ਆਉਂਦਾ ਉਹ ਇੱਥੋਂ ਨਹੀਂ ਉੱਠਣਗੇ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜਦੋਂ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਪਹੁੰਚੇ ਤਾਂ ਉਹਨਾਂ ਨੂੰ ਅੰਦਰ ਲਿਜਾ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਉਹਨਾਂ ਦੇ ਫੋਨ ਰੱਖ ਲਏ ਗਏ। ਉਹਨਾਂ ਨੂੰ ਕਾਫੀ ਸਮੇਂ ਤੱਕ ਬਿਠਾ ਕੇ ਰੱਖਿਆ ਗਿਆ, ਪਰ ਬਾਅਦ ਵਿੱਚ ਕਹਿ ਦਿੱਤਾ ਗਿਆ ਕਿ ਮੁੱਖ ਮੰਤਰੀ ਉਹਨਾਂ ਨੂੰ ਕੱਲ 1 ਵਜੇ ਮੁਲਾਕਾਤ ਕਰਨਗੇ। ਅੰਦਰ ਆ ਜਾਓ। ਔਰ ਪਹਿਲੀ ਵਾਰੀ ਕਿਸੇ ਮੁੱਖ ਮੰਤਰੀ ਨੂੰ ਕਦੇ ਕੋਈ ਮਿਲਣ ਗਿਆ। CLP ਲੀਡਰ ਪ੍ਰਤਾਪ ਸਿੰਘ ਬਾਜਵਾ ਸਾਹਿਬ, ਡਿਪਟੀ ਸਾਡੇ ਮੁੱਖ ਮੰਤਰੀ तमाम ਸੋਨੀ ਸਾਹਿਬ ਹਰੀ, ਸਾਡੀ ਸਭ ਦੀ ਚੈਕਿੰਗ ਕੀਤੀ ਗਈ, ਮੋਬਾਈਲ ਰਖਾਏ ਗਏ। ਸਪੀਕਰ ਸਾਹਿਬ ਹਰੀ, ਕਦੇ ਇਸ ਤਰ੍ਹਾਂ ਨਹੀਂ ਹੋਇਆ। ਕੋਈ ਵੀ MLA ਆਉਂਦਾ ਸੀ, ਪਹਿਲਾਂ ਵੀ ਲੋਕ ਆਉਂਦੇ ਸੀ ਆਪੋਜੀਸ਼ਨ ਪਾਰਟੀ ਦੇ, ਲੇਕਿਨ MLA ਦੀ ਕਿਸੇ ਨੇ ਕਦੇ ਕੋਈ ਚੈਕਿੰਗ ਨਹੀਂ ਕਰਦਾ ਸੀ। ਚੈੱਕ ਕਰਾ ਕੇ ਜਲੀਲ ਕਰਕੇ ਅੰਦਰ ਭੇਜਿਆ ਗਿਆ ਔਰ ਉਸ ਤੋਂ ਬਾਅਦ ਸਾਨੂੰ ਕਾਨਫਰੰਸ ਰੂਮ ਚ ਬਾਤਾ, ਸਾਡੇ ਮੋਬਾਈਲ ਲੈ ਕੇ। ਅਸੀਂ ਆਖਿਆ ਕੋਈ ਗੱਲ ਨਹੀਂ। ਅਸੀਂ ਉੱਥੇ ਅੱਧਾ ਪੌਣਾ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਸਾਨੂੰ ਇਹ ਕਹਿ ਦਿੱਤਾ ਗਿਆ ਕਿ CM ਸਾਹਿਬ ਅੱਜ ਪ੍ਰੈਜੈਂਟੇਸ਼ਨ ਲੈ ਰਹੇ ਔਰ ਇਸ ਬਿਜ਼ੀ ਨੇ, ਉਹ ਕੱਲ ਨੂੰ 1 ਵਜੇ ਮਿਲਣਗੇ। ਸੋ ਮੁੱਦਾ ਤਾਂ ਅੱਜ ਜ਼ਰੂਰੀ ਸੀ, ਟਾਈਮ ਲੈ ਕੇ ਆਏ। ਇਹ ਜਲਾਲਤ ਹੈ, ਇਹ ਮੈਨੂੰ ਲੱਗਦਾ ਡੈਮੋਕ੍ਰੇਸੀ ਦਾ ਘਾਣ ਹੈ। ਹੋਣਾ ਤਾਂ ਇਹ ਚਾਹੀਦਾ ਕਿ ਕੋਈ ਵੀ ਵਿਅਕਤੀ, ਆਮ ਸਧਾਰਨ ਵਿਅਕਤੀ ਵੀ ਅਗਰ CM ਸਾਹਿਬ ਨੂੰ ਮਿਲਣਾ ਹੁੰਦਾ ਤਾਂ ਉਹਨੂੰ ਘੰਟੇ ਡੇਢ ਘੰਟੇ 'ਚ ਮਿਲ ਲੈਣਾ ਚਾਹੀਦਾ। ਜਦੋਂ ਪੰਜਾਬ ਦੀ ਸਾਰੀ ਆਪੋਜੀਸ਼ਨ ਲੀਡਰਸ਼ਿਪ, ਅੱਜ ਸਾਰੇ ਉਹ ਲੋਕ ਆਏ ਨੇ 15 ਮਿੰਟਾਂ ਨਾਲ, ਕੋਈ ਐਸਾ ਜ਼ਰੂਰੀ ਕੰਮ ਨਹੀਂ ਸੀ ਜਿਹੜਾ ਉਹ ਇਹ ਜਾਣ ਬੁੱਝ ਕੇ ਜਲੀਲ ਕਰਨਾ ਚਾਹੁੰਦੇ ਸਨ ਆਪੋਜੀਸ਼ਨ ਨੂੰ ਕਿ ਮੈਂ ਕਿਸੇ ਨੂੰ ਮਿਲਣਾ ਹੀ ਨਹੀਂ। ਇਹ ਫੈਸਲਾ ਲਿਆ, ਪੌਣੇ ਘੰਟੇ ਤੋਂ ਬਾਅਦ ਸਾਨੂੰ ਉੱਥੋਂ ਅੰਦਰ ਮੋੜਤਾ। ਫਿਰ ਅਸੀਂ ਇਹ ਸਭ ਨੇ ਸਲਾਹ ਕਰਕੇ ਇਹ ਮੁਨਾਸਿਬ ਸਮਝਿਆ ਕਿ ਠੀਕ ਹੈ, ਕੱਲ ਨੂੰ 1 ਵਜੇ ਤੱਕ ਅਗਰ ਚੀਫ ਮਿਨਿਸਟਰ ਕਹਿੰਦਾ ਕਿ ਮੈਂ ਕੱਲ ਨੂੰ 1 ਵਜੇ ਮਿਲਾਂਗਾ ਤਾਂ ਠੀਕ ਹੈ, ਅਸੀਂ 1 ਵਜੇ ਤੱਕ ਇੱਥੇ ਇਸ ਕੋਠੀ ਦੇ ਵਿੱਚ ਇੰਤਜ਼ਾਰ ਕਰਾਂਗੇ, ਕਿਉਂਕਿ ਇਹ ਪਬਲਿਕ ਪ੍ਰਾਪਰਟੀ ਹੈ, ਅਸੀਂ ਮਿਲ ਸਕਦੇ ਹਾਂ। ਅਸੀਂ ਮਿਲਣ ਵਾਸਤੇ ਆਏ ਸਾਂ। ਸੋ ਇਹ ਤੁਹਾਨੂੰ ਇਤਲਾਹ ਦੇਣ ਵਾਸਤੇ ਅੱਜ ਅਸੀਂ ਮੈਂ ਹਾਜ਼ਰ ਹੋਇਆ ਤੁਹਾਡੇ ਲਾਈਵ। ਸਾਰੇ ਲੋਕ ਅੱਜ ਇੱਥੇ ਅਸੀਂ ਬੈਠੇ ਨੇ, तो ਅਸੀਂ ਉਹਨਾਂ ਚਿਕਰ ਬੈਠੇ ਰਵਾਂਗੇ ਜਿੰਨਾ ਚਿਕਰ CM ਸਾਹਿਬ ਦਾ ਕੋਈ ਜਵਾਬ ਨਹੀਂ ਆਉਂਦਾ। ਪ੍ਰਤਾਪ ਸਿੰਘ ਬਾਜਵਾ ਜੀ ਕੁਝ ਕਹਿਣ, ਮੈਂ ਉਹਨਾਂ ਨੂੰ ਬੇਨਤੀ ਕਰਾਂ। मैं समझना कि बहुत अनफॉर्चुनेट 75 साल देश की इंडिपेंडेंस के विच मैं इन्नी वाहियात सरकार, इन्नी बेवकूफाना राज सरकार ने मैं वेखी, जिहड़ा अपने लीडर्स नूं मेन ओपोजिशन नूं इस तरह जलील घर विच बुला के अज घर दे विच असीं धरने वाली जगह ते बैठे। मैनूं बहुत ज़्यादा अफसोस है इस गल दा कि जिहड़ी पार्टी बदलाव की गल करदी, ये बदलाव है जी। ਇਹ ਤਾਂ ਬਦਲੇ ਤੇ ਤੁਸੀਂ ਉਤਰੇ। ਤੁਸੀਂ ਆਪਣੇ ਜੋ ਇਹਦੀ ਕੋਠੀ ਚੋਂ ਯਾਦ ਕਰਵਾਉਣਾ ਚਾਹੁੰਦਾ, ਤੁਸੀਂ ਪਾਰਲੀਮੈਂਟ ਦੇ ਵਿੱਚ ਇਹ ਜਿਹੜਾ ਵੀਡੀਓ ਹੈ ਆਪਣਾ ਮੋਬਾਈਲ ਪਾਰਲੀਮੈਂਟ ਦੇ ਵਿੱਚ ਲੈ ਕੇ ਗਏ ਤੇ 1 ਸੈਕਿੰਡ ਵਾਸਤੇ ਤੈਨੂੰ ਉਹਨਾਂ ਨੇ ਉਦੋਂ ਕੱਢਿਆ ਸੀ। ਇੱਥੇ ਤੂੰ ਸਾਡੇ ਸਾਰੇ ਮੋਬਾਈਲ ਰੱਖ ਲਏ, ਸਾਰੇ MLAs ਦੀ ਤੁਸੀਂ ਫ੍ਰਿਸਕਿੰਗ ਕਰਾਈ ਹੈ ਜਿਸ ਤਰ੍ਹਾਂ ਕੋਈ ਹਵਾਲਾਤ ਜਾਂ ਜੇਲ੍ਹ 'ਚ ਜਾਣ ਵੇਲੇ ਕੈਦੀਆਂ ਦੀ ਸਾਰਿਆਂ ਦੀ ਫ੍ਰਿਸਕਿੰਗ ਹੁੰਦੀ। ਇੰਨੀ ਬੇਇੱਜ਼ਤੀ ਮੇਰਾ ਖਿਆਲ ਅਜੇ ਤੱਕ 75 ਸਾਲਾਂ 'ਚ ਅਸੀਂ ਨਹੀਂ ਸਮਝਦੇ ਕਿ ਜੋ ਇਹਨੇ ਟ੍ਰੈਡੀਸ਼ਨਸ ਪਾ ਦਿੱਤੀਆਂ ਅੱਜ ਭਗਵੰਤ ਸਿੰਘ ਮਾਨ ਨੇ। ਮੈਨੂੰ ਯਾਦ ਕਰਵਾਉਣਾ ਚਾਹੁੰਦਾ, ਭਗਵੰਤ ਸਿੰਘ ਮਾਨ ਜੀ, ਤੁਹਾਡੀਆਂ ਪਾਈਆਂ ਟ੍ਰੈਡੀਸ਼ਨਸ ਦੀ ਬੜੀ ਵੱਡੀ ਕੀਮਤ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਆਉਂਦੇ ਟਾਈਮਾਂ 'ਚ ਅਦਾ ਕਰਨੀ ਪੈਣੀ। ਬਹੁਤ ਸਾਰੀਆਂ ਹੋਰ ਵੀ ਰਾਜਨੀਤਿਕ ਜਮਾਤਾਂ ਇਹੋ ਜਿਹੀਆਂ ਸੀ ਜਿਨ੍ਹਾਂ ਨੂੰ ਗਲਤਫਹਿਮੀ ਸੀ ਕਿ ਉਹਨਾਂ ਰਾਜ 'ਚੋਂ ਬਾਹਰ ਹੀ ਨਹੀਂ ਹੋਣਾ। ਜਿਸ ਤਰ੍ਹਾਂ ਤੈਨੂੰ ਤੇ ਤੇਰੇ ਆਕਾ ਨੂੰ, ਤੈਨੂੰ ਅਸੀਂ ਦੱਸ ਦੇਣਾ ਚਾਹੁੰਦੇ ਉਹ ਟਾਈਮ ਦੂਰ ਨਹੀਂ। ਤੇ ਇਹ ਇੱਕ ਚੀਜ਼ ਜਿਹੜੀ ਤੂੰ ਕਰ ਰਿਹਾ ਅੱਜ ਸਾਡੇ ਨਾਲ, ਇਹ ਸਾਡੇ ਦਿਲ ਤੇ ਲਿਖੀ, ਇਹਦੀ ਕੀਮਤ ਤੈਨੂੰ ਤੇ ਤੇਰੀ ਜਮਾਤ ਨੂੰ ਆਉਂਦੇ ਵਕਤ ਦੇ ਵਿੱਚ ਅਦਾ ਕਰਨੀ। ਅਸੀਂ ਤਾਂ ਇਹ ਨਹੀਂ ਗੱਲ ਅੱਜ ਜੋ ਡੈਮੋਕ੍ਰੇਸੀ ਦਾ ਕਾਣ ਹੋਇਆ, ਮੇਰੇ ਖਿਆਲ ਹੈ ਕਿ ਬਾਜਵਾ ਸਾਹਿਬ ਬੈਠੇ, ਰਾਜਾ ਵੜਿੰਗ ਬੈਠੇ, ਬਾਕੀ ਸਾਰੇ ਬੈਠੇ ਨੇ। ਸਾਡੇ ਬਜ਼ੁਰਗ ਜਿਹੜੇ ਸੀਗੇ
ਮੇਰੇ ਖਿਆਲ 65 ਤੋਂ ਇਹਨਾਂ ਘਰਾਂ 'ਚ ਤੁਰੇ ਫਿਰਦੇ ਆਪਾਂ ਪੋਲਿਟਿਕਸ ਦੇ ਵਿੱਚ ਬੈਠੇ ਜੋ ਵਾਹਿਯਾਤੀ ਭਗਵੰਤ ਮਾਨ ਨੇ ਅੱਜ ਕੀਤੀ ਆ, ਇਹ ਡੈਮੋਕ੍ਰੇਸੀ ਦੇ ਤੇ ਲੋਕ ਇਲੈਕਟਡ ਜਿਹੜੇ ਕੋਈ ਹੈਗੇ ਨੇ ਪੰਜਾਬ ਦੇ ਨੁਮਾਇੰਦਾ ਬੰਦੇ ਨੇ, ਇਹ ਅੱਜ ਇਤਿਹਾਸ ਦੇ ਵਿੱਚ ਕਾਲਖ ਨਾਲ ਲਿਖਿਆ ਗਿਆ। ਮੈਂ ਭਗਵੰਤ ਸਿੰਘ ਮਾਨ ਨੂੰ ਕਹਿ ਦੇਣਾ ਚਾਹੁੰਦਾ ਕਿ ਅੱਤਵਾਦੀ ਨਹੀਂ ਡਰਾ ਸਕੇ ਸਾਡੇ ਪਰਿਵਾਰਾਂ ਨੂੰ। ਤੂੰ ਤੇ ਹੈ ਹੀ ਕੁਛ ਨਹੀਂ, ਤੂੰ ਇਹ ਟੈਰਰ ਪੈਦਾ ਕਰੇਗਾ, ਇਹ ਦੱਸੇਗਾ ਕਿ ਅਸੀਂ ਕਿਵੇਂ ਪੰਜਾਬ ਦੇ ਵਿੱਚ ਕਰਨਾ। ਇਹਨੂੰ ਪੰਜਾਬੀ ਦੱਸਣਗੇ ਜਿਹੜੇ ਅੱਜ ਹੱਥਾਂ ਨਾਲ ਦੇ ਰਿਹਾ ਨਾ, ਇਹਨੂੰ ਮੂੰਹ ਨਾਲ ਖੋਲਣੀਆਂ ਪੈਣਗੀਆਂ। ਇਹਨੂੰ ਵਾਰਨ ਕਰਨਾ ਚਾਹੁੰਦੇ ਆ ਕਿ ਇਹ ਜੁਮੜੇਬਾਜ਼ੀ ਨਾਲ ਸਰਕਾਰਾਂ ਨਹੀਂ ਚੱਲਦੀਆਂ, ਇਹ ਲੋਕਾਂ ਨੂੰ ਟਿਸਕਰਬਾਜ਼ੀ ਨਾਲ ਸਰਕਾਰਾਂ ਨਹੀਂ ਚੱਲਦੀਆਂ। ਸਰਕਾਰ ਚਲਾਉਣ ਲਈ ਦਿਮਾਗ ਚਾਹੀਦਾ, ਤੇ ਦਿਮਾਗ ਇਹ ਦਿੱਲੀੋਂ ਲੈ ਕੇ ਆਉਂਦਾ ਜਿਹੜਾ ਪੰਜਾਬ ਦੇ ਅਗੇਂਸਟ ਦਿਮਾਗ ਹੈ। ਅਸੀਂ ਬਿਲਕੁਲ ਨਹੀਂ ਚੱਲਣ ਦਾਂਗੇ ਔਰ ਇੱਟ ਨਾ ਇੱਟ ਖੜਕਾਵਾਂਗੇ ਹੁਣ ਕਿ ਇਹ ਕਿਵੇਂ ਪੰਜਾਬੀਆਂ ਦੇ ਨਾਲ ਜੋ ਉਹਨੇ ਕਿਹਾ ਬਦਲਾਅ ਸੀ, ਇਹ ਬਦਲਾਅ ਨਹੀਂ, ਇਹ ਪੰਜਾਬ ਦੇ ਵਿੱਚ ਟੈਰਰਿਜ਼ਮ, ਗੁੰਡਾਇਜ਼ਮ ਤੇ ਨਸ਼ੇ ਜਿਹੜੇ ਨੇ ਇਹਨੂੰ ਉਤਸ਼ਾਹ ਕਰ ਰਿਹਾ। ਇਹਨਾਂ ਚੀਜ਼ਾਂ ਲਈ ਮਿਲਦਾ ਹੈ ਔਰ ਪੰਜਾਬ ਦੇ ਜਿਹੜੇ ਲੋਕ ਨੇ, ਬਹਾਦਰ ਲੋਕ ਨੇ, ਇਹਨਾਂ ਨੂੰ ਜਵਾਬ ਦੇਣਾ ਸਾਨੂੰ ਆਉਂਦਾ। ਸੋਨੀ ਸਾਹਿਬ, ਅੱਜ ਜੋ ਜਲਾਸ ਕਾਂਗਰਸ ਪਾਰਟੀ ਨਾਲ ਸੀਐਮ ਨੇ ਕੀਤੀ ਆ, ਸਾਰੀ ਕਾਂਗਰਸ ਪੰਜਾਬ ਦੀ ਇੱਥੇ ਜਿਹੜੀ ਆਈ ਆ, ਇਹਨਾਂ ਨੂੰ ਮਿਲਣ ਵਾਸਤੇ ਸਾਡੇ ਨੁਮਾਇੰਦੇ ਬਹੁਤੇ ਨਹੀਂ 50-60 ਦੇ ਕਰੀਬ ਜਿਹੜੇ ਮੇਨ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਇੱਥੇ ਆਏ ਨੇ। ਸੋ ਸਾਨੂੰ ਟਾਈਮ ਦੇ ਕੇ ਸਾਨੂੰ ਅੰਦਰ ਵੀ ਬੁਲਾ ਲਿਆ, ਅੰਦਰ ਬੁਲਾ ਕੇ ਪੌਣਾ ਘੰਟਾ ਅਸੀਂ ਵੇਟ ਕੀਤੀ। ਮੈਂ ਸਮਝਿਆ ਐਡੀ ਵੱਡੀ ਜਲਾਲਤ ਜਿਹੜੀ ਆ ਅੱਜ ਤੱਕ ਕਿਸੇ ਪਾਰਟੀ ਨਾਲ ਹੋਈ ਨਹੀਂ ਜਿੰਨੀ ਇਹਨਾਂ ਨੇ ਕੀਤੀ। ਸੋ ਇਹ ਤੇ ਕਹਿੰਦੇ ਸੀ ਹੁਣ ਆਮ ਪਾਰਟੀ ਦਾ ਰਾਜ ਹੋਣਾ, ਹੁਣ ਤੇ ਰਾਜ ਹੀ ਉਹਦੇ ਲੋਕਾਂ ਦਾ ਆ ਗਿਆ ਜਿਹੜੇ ਸਾਰਿਆਂ ਨੂੰ ਡਰਾ ਕੇ ਰਾਜ ਕਰ ਰਹੇ ਨੇ। ਮੈਂ ਸਮਝਦਾ ਇਹ ਬਦਲਾਖੋਰੀ ਦੀ ਭਾਵਨਾ ਸਾਡੇ ਜਿਹੜੇ ਮਿਨਿਸਟਰ ਨੇ, ਸਾਡੇ ਐਮਐਲਏ ਨੇ, ਉਹਨਾਂ ਨੂੰ ਦਬਾ ਕੇ ਧਮਕਾ ਕੇ ਉਹਨਾਂ ਦੇ ਪਰਚੇ ਕਰਕੇ। ਸੋ ਕਾਂਗਰਸ ਪਾਰਟੀ ਪਰਚਿਆਂ ਤੋਂ ਡਰਨ ਵਾਲੀ ਨਹੀਂ, ਅੱਜ ਦੀ ਪਾਰਟੀ ਨਹੀਂ, ਸਭ ਤੋਂ ਪੁਰਾਣੀ ਪਾਰਟੀ, ਦੇਸ਼ ਨੂੰ ਯਾਦ ਕਰਾਉਣ ਵਾਲੀ ਪਾਰਟੀ ਜਿਹੜੀ ਡਰੀ ਨਹੀਂ ਸੀ, ਜਿਨ੍ਹਾਂ ਦੀਆਂ ਕੁਰਬਾਨੀਆਂ, ਸ਼ਹੀਦੀਆਂ ਜਿਹੜੀਆਂ ਅੱਜ ਵੀ ਲੋਕ ਭੁਲਾ ਨਹੀਂ ਸਕਦੇ। ਸੋ ਉਸ ਪਾਰਟੀ ਨਾਲ ਜੋ ਅੱਜ ਇਸ ਸੀਐਮ ਨੇ ਕੀਤਾ, ਆਮ ਆਦਮੀ ਜਿਹੜੀ ਸਰਕਾਰ ਬਣੀ ਉਹਨੇ ਕੀਤਾ, ਮੈਂ ਸਮਝਦਾ ਇਸ ਤੋਂ ਵੱਡੀ ਜਲਾਲਤ ਕੋਈ ਨਹੀਂ। ਅਸੀਂ ਡਰਨ ਵਾਲੇ ਨਹੀਂ, ਜਿੰਨੇ ਮਰਜ਼ੀ ਸਾਡੇ ਤੇ ਪੱਤੇ ਰੱਖ, ਅਸੀਂ ਡਰਨ ਵਾਲੇ ਨਹੀਂ, ਨਾ ਅਸੀਂ ਕਿਸੇ ਨੇ ਡਰਨਾ। ਇੱਥੇ ਇੱਕ ਇੱਕ ਵਰਕਰ ਜਿਹੜਾ ਪੰਜਾਬ ਦਾ ਕਾਂਗਰਸ ਦਾ ਇੱਥੇ ਬੈਠੂਗਾ ਆ ਕੇ, ਕਿਸੇ ਆਪਣੇ ਅਸੀਂ ਐਮਐਲਏ ਜਾਂ ਮਿਨਿਸਟਰ ਜਿਹਨਾਂ ਨੂੰ ਧੱਕਾ ਕਰਦੇ, ਅਸੀਂ ਸਾਰੀ ਕਾਂਗਰਸ ਨਾਲ ਹੀ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਧੱਕੇਸ਼ਾਹੀ ਨਹੀਂ ਚਲੇਗੀ, ਧੱਕੇਸ਼ਾਹੀ ਨਹੀਂ ਚਲੇਗੀ। ਪੰਜਾਬ ਸਰਕਾਰ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚਲੇਗੀ, ਧੱਕੇਸ਼ਾਹੀ ਨਹੀਂ ਚਲੇਗੀ, ਗੁੰਡਾਗਰਦੀ ਨਹੀਂ ਚਲੇਗੀ, ਗੁੰਡਾਗਰਦੀ ਨਹੀਂ ਚਲੇਗੀ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਮੁੱਖ ਮੰਤਰੀ ਪੰਜਾਬ ਮੁਰਦਾਬਾਦ, ਮੁੱਖ ਮੰਤਰੀ ਪੰਜਾਬ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਧੱਕੇਸ਼ਾਹੀ ਨਹੀਂ ਚਲੇਗੀ, ਧੱਕੇਸ਼ਾਹੀ नहीं चलेगी, गुंडागर्दी नहीं चलेगी, गुंडागर्दी नहीं चलेगी, गुंडागर्दी। ਡਰਾਉਣਾ ਲੋਕਾਂ ਨੂੰ ਬੰਦ ਕਰੋ, ਬੰਦ ਕਰੋ, ਬੰਦ ਕਰੋ। ਧਮਕਾਉਣਾ ਲੋਕਾਂ ਨੂੰ ਬੰਦ ਕਰੋ, ਬੰਦ ਕਰੋ, ਬੰਦ ਕਰੋ। ਵਿਜੀਲੈਂਸ ਬਿਊਰੋ ਵਿਖਾਉਣਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਪਰਚੇ ਦੇਣਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਧੱਕੇਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ। ਬੇਨਤੀ ਹੈ ਵੀ ਕੱਲ ਦਾ ਟਾਈਮ ਦੇ ਰਹੇ ਆ। ਕਿਹੜੇ ਐਸਐਸਪੀ ਦਾ ਕਿਹੜੇ ਐਸਐਸਪੀ ਉਹਦਾ ਕੀ ਇੱਥੇ ਕੰਮ ਹੈ? ਐਸਐਸਪੀ ਸਾਹਿਬ ਨੂੰ ਮਿਲ ਥੋੜਾ ਨਹੀਂ, ਉਹ ਸਾਨੂੰ ਡਰਾ ਰਿਹਾ ਤੂੰ। ਨਹੀਂ ਮੈਂ ਕਾਨੂੰ ਡਰਾਣਾ ਨਹੀਂ ਕੀ ਐਸਐਸਪੀ ਕਰੇਗਾ? ਸਾਡੀ ਲੱਤ ਮੈਂ ਤਾਂ ਬੇਨਤੀ ਕਰ ਰਿਹਾ ਤੁਹਾਨੂੰ ਵੀ ਟਾਈਮ ਨਹੀਂ ਐਸਐਸਪੀ ਦਾ ਕੀ ਦੱਸੋ ਕਿ ਅਸੀਂ ਸੀਐਮ ਦੇ ਘਰ ਤੁਸੀਂ ਲੈ ਕੇ ਗਏ ਐਸਐਸਪੀ ਦਾ ਦੱਸੋ ਤੁਸੀਂ ਸਾਨੂੰ ਅੰਦਰ ਲੈ ਕੇ ਗਏ। ਇੱਥੇ ਮਾਰਸ਼ਲ ਲਾਉਣ ਲੱਗਾ। ਪੰਜਾਬ ਦੇ ਸੀਐਮ ਦਾ ਘਰ ਗੋਲੀ ਮਾਰ ਦਿਓ ਬੇਸ਼ੱਕ।
ਇਹ ਪਹਿਲਾਂ ਕਿਉਂ ਅੰਦਰ ਕਿਉਂ ਬੁਲਾਇਆ? ਅਸੀਂ ਇੰਨੇ ਵੇਲੇ ਥੋੜੀ ਤੁਰੇ ਫਿਰਦੇ ਚੀਫ ਮਿਨਿਸਟਰ ਨੂੰ ਸਾਨੂੰ ਉੱਥੇ ਕਹਿ ਦਿੰਦੇ ਟਾਈਮ ਦਿੱਤਾ, ਪੌਣਾ ਘੰਟਾ ਬਾਹਰ ਰੱਖਿਆ, ਪੌਣਾ ਘੰਟਾ ਅੰਦਰ ਰੱਖਿਆ, ਟੈਲੀਫੋਨ ਲੈ ਲੈ, ਥੱਲੇ ਲੈ ਲਿਸਟਿੰਗ ਕੇ ਕਰ ਤੁਸੀਂ ਲਓ। ਉੱਥੇ ਚੈੱਕ ਹੁਣ ਤੁਸੀਂ ਕਹਿੰਦੇ ਐਸਐਸਪੀ ਆ ਰਿਹਾ, ਐਸਐਸਪੀ ਕੀ ਕਰੇਗਾ? ਨਹੀਂ ਐਸਐਸਪੀ ਉਹਦਾ ਅੰਦਰ ਦੇ ਦਿਓ ਐਸਐਸਪੀ ਦਾ ਟਾਈਮ ਇਹਦਾ ਸੀਐਮ ਦਾ ਸੀਐਮ ਦਾ ਟਾਈਮ ਐਸਐਸਪੀ ਨਹੀਂ ਸੀਐਮ ਦਾ ਟਾਈਮ ਐਸਐਸਪੀ ਨੇ ਦੇਣਾ ਸਰ ਕਰ ਰਹੇ ਗੱਲਬਾਤ ਸਾਡੇ ਵੱਲ ਤਾਂ ਹੋਣੀ ਚਾਹੀਦੀ ਹੈ, ਸਾਨੂੰ ਕੋਈ ਦਿੱਕਤ ਨਹੀਂ ਹੈ। ਅਸੀਂ ਕੱਲ 1 ਵਜੇ ਤੱਕ ਬੈਠੇ ਕੋਈ ਗੱਲ ਨਹੀਂ ਦੱਸੋ 1 ਵਜੇ ਮਿਲੋ 12 ਵਜੇ ਮਿਲੋ ਅਸੀਂ ਬੈਠੇ ਹਾਂ ਕਮਾਲ ਦੀ ਗੱਲ ਹੈ, ਅੰਦਰ ਸੱਦ ਕੇ ਤਾਂ ਅਸੀਂ ਦੇਖਣਾ ਜੀ, ਰਸਤਾ ਥੋੜੀ ਰੱਖੂਗੇ। ਅੰਦਰ ਬਿਠਾ ਕੇ ਤੁਸੀਂ ਚੱਕ ਕੇ ਛੱਡੋ ਅਸੀਂ ਰੋਕਾਂਗੇ ਯਾਰ ਜਿਹੜਾ ਉਸ ਗੁਰਮੁਖ ਸਿੰਘ ਜੀ ਹੁੰਦਾ ਤੁਹਾਡੇ ਤੋਂ ਤੁਸੀਂ ਕਹਿ ਰਹੇ ਹੋ ਲਾਅ ਐਂਡ ਆਰਡਰ ਦਾ ਵੇਖਣਾ ਅਸੀਂ ਬੁੱਢੇ ਅਗਰ ਕਿਸੇ ਗੋਲੀ ਮਾਰੀ ਮੰਤਰੀ ਮੁਰਦਾਬਾਦ 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 ਬੱਚੇ ਖਾਣਾ ਮੁੱਖ ਮੰਤਰੀ ਮੁਰਦਾਬਾਦ 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 ਬੱਚੇ ਖਾਣਾ ਮੁੱਖ ਮੰਤਰੀ ਮੁਰਦਾਬਾਦ 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 ਜੁਮਲੇ ਸੁਣਾਉਣ ਵਾਲਾ ਮੁੱਖ ਮੰਤਰੀ ਮੁਰਦਾਬਾਦ 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 ਜੁਮਲੇਬਾਜ਼ੀ ਨਹੀਂ ਚਲੇ ਜ਼ੈਲੈਂਸਕੀ ਨੇ ਲਾਈਵ ਹੋ ਕੇ ਕੀਤੀਆਂ ਭਾਵੁਕ ਗੱਲਾਂ। 10 ਸਾਲ ਪਹਿਲਾਂ ਇਸ ਦਿਨ ਨੇ ਯੂਰੋ 2022 ਵਿੱਚ ਸ਼ੁਰੂਆਤ ਕੀਤੀ ਸੀ। ਉਦਘਾਟਨੀ ਸਮਾਰੋਹ ਵਾਰਸਾ ਵਿੱਚ ਸੀ। ਅੰਤ ਸਮਾਰੋਹ ਸਾਡੀ ਰਾਜਨੀਤਿਕ ਕੀ ਵਿੱਚ ਸੀ। ਮੈਚ ਦੀ ਮੇਜ਼ਬਾਨੀ ਸਾਡੇ ਦੋਵਾਂ ਦੇਸ਼ ਦੇ ਵੱਖ-ਵੱਖ ਸ਼ਹਿਰ ਵਿੱਚ ਕੀਤੇ ਗਏ ਸੀ ਅਤੇ ਖਾਸ ਕਰਕੇ ਡੌਨਬਾਸ ਅਰੇਨਾ ਵਿੱਚ। ਸਿਰਫ 10 ਸਾਲ ਬੀਤ ਗਏ ਹਨ ਅਤੇ ਅਜਿਹਾ ਲੱਗਦਾ ਹੈ ਕਿ ਇਹ ਕਿਸੇ ਹੋਰ ਸੰਸਾਰ ਵਿੱਚ ਸੀ। Фінальна церемонія у нас в столиці, в Києві. Матчі проводились в різних містах наших двох країн, і, зокрема, в Донецьку, на Донбас-арені. Всього лише 10 років минуло, а таке враження, що це було в іншому світі. Якраз сьогодні окупанти випустили абсолютно божевільну новину, що нібито вони готуються об'єднати якісь футбольні клуби з усіх окупованих територій в один псевдочемпіонат, причому з Донецька, Луганська, Херсона, Мелітополя, Криму, навіть з частин території Грузії. Просто знущання окупантів над людьми, які все прекрасно пам'ятають. 10 років тому наш Донецьк був сильним, гордим, розвинутим містом, а потім прийшла Росія. Принесла якраз такого неадекватного рівня ідеї. І тепер це місто привид, яке втратило більшість людей, тисячі життів і абсолютно всі перспективи. Тільки повернення України, яке обов'язково буде, тільки наш прапор, тільки український закон означатиме для цих територій, для цих міст просто нормальне життя, знову життя, яке там було. Мирне, безпечне, відкрите для всього світу. І, звичайно, нові матчі команд світового рівня на Донбас-арені. Я вдячний президенту Польщі Анджею Дуді і другу всіх українців за те, що він вирушив зараз у спеціальну поїздку країнами Європи для підтримки європейської перспективи нашої держави. Саме в цьому червні маємо отримати рішення щодо кандидатства, і всі наші друзі, всі наші дипломати зараз працюють для чого? Працюють наповну. Разом з Анджеєм мала поїхати і президентка Словаччини Зузана Чапутова. Планувалася така спільна ініціатива двох лідерів. Завадив позитивний тест на ковід. Що ж, такі умови нашого життя зараз. Бажаю Зузані якнайшвидшого одужання. Говорив сьогодні з канцлером Німеччини Шольцем також про рішення на користь України щодо кандидатства, яке насправді буде рішенням і на користь Європи. Про оборонну підтримку говорили і про продовольчу безпеку, гарантування якої вже дійсно глобальний інтерес, бо ніхто не може бути зацікавлений, окрім Російської держави, в глобальній продовольчій кризі. Звернувся сьогодні до учасників інвестиційної конференції, організованої для обговорення економічних перспектив нашої держави. Серед учасників були представники найбільших світових фондів. Захід, хоча і не публічний був, але все ж таки дуже вагомий, потужний, запросив їх інвестувати в Україну. Інвестуйте. Також поспілкувався з учасниками спільноти, керівниками найбільших американських компаній. Це вже 133-й такий саміт, і цьогоріч він об'єднав провідні сили глобального бізнесу. Обговорили, як бізнес може допомагати Україні вистояти.
закликав виходити з російського ринку і не підтримувати своїми податками цю війну. Для мене дуже важливо побачити, що в такій аудиторії, а це, ще раз підкреслюю, представники найбільш впливової частини американського бізнесу, вважають, що санкції проти Росії потрібно посилювати. Отже, було би правильним для політиків почути цю позицію. Провідний бізнес і більшість в суспільствах Америки та Європи вважають, що поки ще недостатньо тиску на Російську Федерацію для припинення цієї війни. Сєвєродонецьк за підсумками і цієї доби, вже 105-ї, до речі, доби повномасштабної війни, залишається епіцентром протистояння на Донбасі. Захищаємо наші позиції, завдаємо ворогу відчутних втрат. Це дуже жорстока битва, дуже важка. Мабуть, одна з найважчих протягом всієї цієї війни. Я вдячний кожному і кожній, хто обороняється на цьому напрямку. Багато в чому саме там зараз вирішується доля нашого Донбасу. Також підписав укази про нагородження наших героїв. 285 учасників бойових дій, відзначені державними нагородами, 68 з них посмертно. Вічна пам'ять усім, хто віддав життя за Україну. Вічна слава нашим героям, які захищають державу. Слава Україні! ਜੇਲ੍ਹ 'ਚ ਮਜੀਠੀਆ ਦੀ ਜਾਨ ਨੂੰ ਖਤਰਾ, ਪਤਨੀ ਨੇ ਡੀਜੀਪੀ ਨੂੰ ਲਿਖਿਆ ਪੱਤਰ। ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠੀਆ ਤੋਂ ਵਿਧਾਇਕ ਗਨਵੀਰ ਕੌਰ ਨੇ ਸੂਬੇ ਦੇ ਰਾਜਪਾਲ ਨੂੰ ਡੀਜੀਪੀ ਨੂੰ 7 ਪੰਨਿਆਂ ਦਾ ਪੱਤਰ ਲਿਖ ਕੇ ਉਹਨਾਂ ਦੇ ਪਤੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਖਤਰਾ ਹੋਣ ਦੀ ਗੱਲ ਕਹੀ ਹੈ। ਉਹਨਾਂ ਨੇ ਇਸ ਪੱਤਰ ਵਿੱਚ ਏਡੀਜੀਪੀ ਜੇਲ੍ਹ ਹਰਪ੍ਰੀਤ ਸਿੱਧੂ ਨੂੰ ਵੀ ਹਟਾਉਣ ਦੀ ਮੰਗ ਕੀਤੀ ਹੈ। ਦਾ ਉਹਨਾਂ ਦੀ ਜਾਨ ਨੂੰ ਖਤਰਾ ਹੈ ਜੇਲ੍ਹ 'ਚ। ਸਾਨੂੰ ਡਰ ਹੈ ਕਿ ਉਹਨਾਂ ਤੇ ਕੁਝ ਪਲਾਂਟ ਕਰ ਦਿਆ ਜਾਏਗਾ, ਹੋਰ ਕੋਈ ਨਵੀਂ FIR ਉਹਨਾਂ ਤੇ ਫਾਈਲ ਕਰ ਦਿੱਤੀ ਜਾਊਗੀ। ਜਿਹੜਾ ਕੁਝ ਉਹਨਾਂ ਦੀ ਮਾਤਾ ਜੀ ਤੇ ਗੁਜ਼ਰ ਰਿਹਾ ਹੈ, ਸਾਡੇ ਬੱਚਿਆਂ ਤੇ ਗੁਜ਼ਰ ਰਿਹਾ ਹੈ, ਉਹ ਸਾਨੂੰ ਪਤਾ ਹੈ। 3 ਮਹੀਨੇ ਹੋ ਗਏ ਨੇ ਉਹਨਾਂ ਦੇ ਮਾਤਾ ਜੀ ਰੋਈ ਜਾ ਰਹੇ ਨੇ, ਕੋਈ ਨਹੀਂ ਸਮਝ ਸਕਦਾ। ਜੋ ਉਹਨਾਂ ਦੇ ਬੱਚਿਆਂ ਨੂੰ ਅੱਜ ਸਾਰਿਆਂ ਦੀ ਛੁੱਟੀਆਂ ਚੱਲ ਰਹੀਆਂ ਨੇ, ਸਾਡੇ ਬੱਚਿਆਂ ਦੇ ਪਿਤਾ ਉੱਥੇ ਹੈ ਨਹੀਂ। ਜਿਹੜਾ ਸਾਡੇ ਤੇ ਗੁਜ਼ਰੀ ਹੈ ਸਾਨੂੰ ਪਤਾ ਹੈ। ਹੁਣ ਸਾਨੂੰ ਡਰ ਹੈ ਕਿ ਹੁਣ ਇਹ ਬੰਦਾ ਕੀ ਕਰੂਗਾ ਸਾਡੇ ਨਾਲ। ਇਸ ਗੱਲ ਲਈ ਅਸੀਂ ਗਵਰਨਰ ਸਾਹਿਬ ਨੂੰ ਰਿਪਰੈਜ਼ੈਂਟੇਸ਼ਨ ਦੇ ਕੇ ਆਏ ਹਾਂ ਕਿ ਸਾਨੂੰ ਕੋਈ ਤਾਂ ਇਨਸਾਫ ਦੇਵੇ। ਬਸ ਇਹੀ ਬੇਨਤੀ ਕਰਨ ਆਏ ਸੀ ਅਸੀਂ ਇੱਥੇ। ਗਵਰਨਰ ਸਾਹਿਬ ਨੇ ਆਪਕੋ ਸ਼ੰਕਾ ਕਿਸਸੇ ਹੈ, ਮਤਲਬ ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਹਰਪ੍ਰੀਤ ਸਿੰਘ ਸਿੱਧੂ ਜਿਹੜੇ ADGP ਪ੍ਰਿਜ਼ਨ ਲਾਏ ਗਏ ਨੇ, ਇਹਨਾਂ ਦਾ ਸਾਡੇ ਪਰਿਵਾਰ ਦੇ ਨਾਲ ਪੁਰਾਣੀ ਰੰਜਿਸ਼ ਹੈਗੀ ਜੀ। ਹਰਪ੍ਰੀਤ ਸਿੱਧੂ ਮੇਰੇ ਸਗੀ ਚਾਚੀ ਦੇ ਸਗੀ ਭੈਣ ਦੇ ਪੁੱਤ ਨੇ ਤੇ ਬਚਪਨ ਤੋਂ ਹੀ ਇਹਨਾਂ ਦੇ ਸਾਡੇ ਪਰਿਵਾਰ ਦੇ ਨਾਲ ਤੇ ਖਾਸ ਤੌਰ ਤੇ ਹਰਪ੍ਰੀਤ ਤੇ ਵਿਕਰਮ ਦੇ ਵਿੱਚ ਬਚਪਨ ਤੋਂ ਹੀ ਇੱਕ ਦੂਜੇ ਦੇ ਨਾਲ ਇਹਨਾਂ ਦੀ ਲੱਗਦੀ ਰਹੀ ਹੈ। ਮੇਰੇ ਚਾਚੀ ਜੀ ਦਾ ਜਦ ਦੁਖਦ ਦੇਹਾਂਤ ਹੋਇਆ ਤੇ ਇਹਨਾਂ ਦੇ ਹਰਪ੍ਰੀਤ ਜੀ ਦੇ ਪਰਿਵਾਰ ਨੇ ਸਾਡੇ ਮਜੀਠਾ ਪਰਿਵਾਰ ਨੂੰ ਉਹਦੇ ਜ਼ਿੰਮੇਵਾਰ ਠਹਿਰਾਇਆ। ਇੱਥੇ ਤਾਈਂ ਕਿ ਉਹਨਾਂ ਨੇ ਸਾਡੀ ਚਾਚੀ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵੀ ਪ੍ਰਾਪਰਟੀਆਂ ਤੇ ਜ਼ਬਤ ਕਰਕੇ ਉਹਨਾਂ ਦੇ ਨਾਲ ਵੀ ਲੜਾਈਆਂ ਹੈਗੀਆਂ। ਤੇ ਜਦ ਮੇਰੇ ਦਾਦਾ ਜੀ ਹਰਪ੍ਰੀਤ ਸਿੱਧੂ ਦੇ ਪਿਤਾ ਜੀ ਨੂੰ ਮਿਲਣ ਵਾਸਤੇ ਗਏ ਸੀ, ਉਹਨਾਂ ਦੇ ਗਨਮੈਨ ਰਹੇ ਮੇਰੇ ਦਾਦਾ ਜੀ 'ਚ ਗੋਲੀਆਂ ਚਲਾਏ ਸੀ। ਇਹ ਇਤਿਹਾਸ ਹੈ ਸਾਡੇ ਪਰਿਵਾਰ ਦਾ, ਇੰਨੀ ਰੰਜਿਸ਼ ਹੈਗੀ। ਜਿਸ ਕਾਰਨ ਜਦ ਕੈਪਟਨ ਸਾਹਿਬ ਨੇ ਝੂਠੀ ਸਹੁੰ ਖਾਈ ਸੀ ਕਿ 4 ਹਫ਼ਤਿਆਂ 'ਚ ਨਸ਼ੇ ਖਤਮ ਕਰ ਦਾਂਗਾ, ਇਸ ਹਰਪ੍ਰੀਤ ਸਿੱਧੂ ਨੂੰ ਬਣਾਇਆ ਗਿਆ ਸੀਗਾ ਸਿੱਟ ਦਾ ਇੰਚਾਰਜ। ਪੂਰੇ 5 ਸਾਲ ਨਸ਼ੇ ਕਾਂਗਰਸ ਦੇ ਟਾਈਮ ਕਿੱਥੇ ਤੋਂ ਕਿੱਥੇ ਪਹੁੰਚੇ। ਉਹਦੇ ਬਾਅਦ ਚੰਨੀ ਸਾਹਿਬ ਦੇ ਟਾਈਮ 'ਚ ਇਸ ਹਰਪ੍ਰੀਤ ਸਿੱਧੂ ਨੇ ਵਿਕਰਮ ਦੇ ਖਿਲਾਫ ਜੋ ਕੁਝ ਕੀਤਾ, ਝੂਠਾ ਕੇਸ ਬਣਾਉਣ 'ਚ ਜੋ ਇਹਨਾਂ ਦੀ ਭੂਮਿਕਾ ਰਹੀ, ਸਭ ਕੁਝ ਹਰਪ੍ਰੀਤ ਸਿੱਧੂ ਦੇ ਨਿਗਰਾਨੀ 'ਚ ਹੋਇਆ। ਤੇ ਹੁਣ ਇਹ ਨਵੀਂ ਸਰਕਾਰ ਜਿਹੜੀ ਬਣੀ ਹੈ, ਇੱਥੇ ਵੀ ਹਰਪ੍ਰੀਤ ਸਿੱਧੂ ਨੇ ਪੂਰਾ ਆਪਣਾ ਦਖਲ ਅੰਦਾਜ਼ੀ ਕਰਕੇ ਹੁਣ ਇਸ ਸਰਕਾਰ ਨੇ ਉਹਨੂੰ ਪ੍ਰਿਜ਼ਨਸ ਦਾ ADGP ਬਣਾਤਾ ਹੈਗਾ। ਤੇ ਸਾਡੇ ਵੱਲੋਂ ਬਿਲਕੁਲ ਕਲੀਅਰ ਹੈਗਾ ਕਿ ਇਹ ਇਨਸਾਨ ਜਿਹਦਾ ਰੰਜਿਸ਼ ਸਾਡੇ ਪਰਿਵਾਰ ਦੇ ਨਾਲ ਪੁਰਾਣੀ ਹਿਸਟਰੀ ਸਾਰੀ ਸਾਹਮਣੇ ਹੈਗੀ, ਜੇ ਪਿਛਲੀ ਸਰਕਾਰ ਨੇ 3 DGP ਬਦਲ ਕੇ
ਏਜੀਜ਼ ਬਦਲ ਕੇ ਐਸਐਸਪੀ BOIs ਬਦਲ ਕੇ ਉਹਨਾਂ ਨੇ ਝੂਠੇ ਕੇਸ ਵਿਕਰਮ ਦੇ ਉੱਤੇ ਕੀਤੇ ਤੇ ਇਸ ਸਰਕਾਰ ਨੇ ਵੀ 3 ਮਹੀਨਿਆਂ 'ਚ ਸੁਪਰਿੰਟੈਂਡੈਂਟ 3 ਬਦਲਤੇ ਜੇਲ੍ਹ ਦੇ, ਜਿਸ ਜੇਲ੍ਹ 'ਚ ਵਿਕਰਮ ਹੈ, ADGP ਬਦਲ 'ਚ ਤੇ ਹੁਣ ਇਹਨੂੰ ਪ੍ਰਿਜ਼ਨ ਦਾ ਇੰਚਾਰਜ ਬਣਾਤਾ। ਮਤਲਬ ਅੱਜ ਗੁਨੀਵ ਨੂੰ ਤਾਂ ਮੈਨੂੰ ਇਸ ਗੱਲ ਦਾ ਫਿਕਰ ਹੈ ਤੇ ਡਰ ਹੈ ਕਿ ਵਿਕਰਮ ਨੂੰ ਖਤਮ ਕਰਨ ਵਾਸਤੇ ਇਹ ਹਰਪ੍ਰੀਤ ਸਿੱਧੂ ਕੋਈ ਵੀ ਕਦਮ ਚੱਕ ਸਕਦਾ ਹੈ, ਉਹਨੂੰ ਜਾਨੀ ਨੁਕਸਾਨ ਪਹੁੰਚਾਉਣ ਵਾਸਤੇ ਜਾਂ ਝੂਠੇ ਇਹਦੇ ਉੱਤੇ ਹੋਰ ਕੇਸ ਬਣਾਉਣ ਵਾਸਤੇ ਸਭ ਕੁਝ। ਅੱਜ ਪੰਜਾਬ 'ਚ ਬਾਹਰ ਅਸੀਂ ਹਾਲਾਤ ਦੇਖ ਰਹੇ ਹਾਂ ਕੀ ਹੈਗੇ, ਦਿਨ ਦਿਹਾੜੇ ਕੀ ਕੁਝ ਹੋ ਰਿਹਾ, ਅਪਸੈਲ ਹੁੰਦਾ ਹੈ ਉੱਥੇ ਅੰਡਰ ਟ੍ਰਾਇਲ ਨੂੰ ਪਾਤਾ ਹੈਗਾ। ਤੇ ਹੁਣ ਇਹੋ ਜਿਹਾ ਬੰਦਾ ਜਦ ਜੇਲ੍ਹ ਦਾ ਇੰਚਾਰਜ ਬਣ ਗਿਆ ਤੇ ਸਾਡੇ ਹਿਸਾਬ ਦੇ ਨਾਲ ਤਾਂ ਸਿੱਧੇ ਸਾਡੇ ਭਰਾ ਦੇ ਉੱਤੇ ਬਹੁਤ ਵੱਡਾ ਜਾਂ ਤਾਂ ਕੋਈ ਮਾੜਾ ਕੇਸ ਬਣਾਉਣ ਵਾਸਤੇ, ਕਿਉਂਕਿ ਇਹਨਾਂ ਨੂੰ ਕੁਝ ਲੱਭਿਆ ਨਹੀਂ ਅੱਜ ਤਾਈਂ, ਨਾ ਹੀ ਕੁਝ ਹੈਗਾ। ਪਰਮਾਤਮਾ ਉੱਤੇ ਤੇ ਅਦਾਲਤ ਉੱਤੇ ਸਾਡਾ ਪੂਰਾ ਭਰੋਸਾ ਹੈਗਾ, ਲੇਕਿਨ ਇਸ ਇਨਸਾਨ ਦੀ ਜਿਹੜੀ ਪੁਰਾਣੀ ਰੰਜਿਸ਼ ਕੱਢਣ ਵਾਸਤੇ ਮੇਰੇ ਭਰਾ ਦਾ ਕੀ ਹਸ਼ੇ ਕਰ ਸਕਦਾ ਹੈ, ਇਹ ਫਿਕਰ ਅਸੀਂ ਗਵਰਨਰ ਸਾਹਿਬ ਨੂੰ ਦੇ ਕੇ ਆਏ ਹਾਂ। ਗਵਰਨਰ ਸਾਹਿਬ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ, ਉਸ ਰਿਪਰੈਜ਼ੈਂਟੇਸ਼ਨ ਨੂੰ ਪੜ੍ਹ ਕੇ ਉਹ ਸਾਨੂੰ ਜੋ ਵੀ ਉਹ ਕਾਰਵਾਈ ਕਰਨਗੇ ਉਹ ਕਰਨਗੇ। ਮਨਜਿੰਦਰ ਸਿਰਸਾ ਨੇ ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ਬਾਰੇ ਕੀਤੇ ਵੱਡੇ ਖੁਲਾਸੇ। ਪੰਜਾਬ ਕੈਬਨਿਟ ਵੱਲੋਂ ਅੱਜ ਨਵੀਂ ਅਰਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ਬਾਰੇ ਕਈ ਵੱਡੇ ਖੁਲਾਸੇ ਕੀਤੇ। ਉਹਨਾਂ ਦੱਸਿਆ ਕਿ ਕਿਵੇਂ ਦਿੱਲੀ ਵਿੱਚ ਐਕਸਾਈਜ਼ ਪਾਲਿਸੀ ਦੇ ਸਹਾਰੇ ਲੁੱਟ ਕੀਤੀ ਜਾ ਰਹੀ ਹੈ ਤੇ ਹੁਣ ਇਸੇ ਤਰਜ਼ ਤੇ ਪੰਜਾਬ ਵਿੱਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਇਹ ਪਾਲਿਸੀ ਲਾਗੂ ਨਹੀਂ ਹੋਣ ਦੇਵਾਂਗੇ। ਐਕਸਾਈਜ਼ ਦੇ ਅੰਦਰ ਹੁਣ ਤੱਕ ਹਰ ਚੀਜ਼ ਲੁੱਟ ਸੁੱਟ ਕਰ ਰਹੇ ਨੇ, ਪਰ ਤੁਸੀਂ ਸ਼ੌਕਿੰਗਲੀ ਗੱਲਾਂ ਸੁਣੋਗੇ ਜੋ ਦਿੱਲੀ ਦੇ ਅੰਦਰ ਇਹਨਾਂ ਨੇ ਪੈਸੇ ਇਕੱਠੇ ਕਰਨ ਦਾ ਇੱਕ ਜ਼ਰੀਆ ਬਣਾਇਆ ਔਰ ਉਹੀ ਜ਼ਰੀਆ ਹੁਣ ਇਹ ਪੰਜਾਬ ਦੇ ਅੰਦਰ ਲਾਗੂ ਕਰਨ ਜਾ ਰਹੇ ਨੇ। ਸੋ ਮੈਂ ਸ਼ੁਰੂਆਤ ਇੱਥੋਂ ਕਰਦਾ ਹਾਂ। ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਸਾਰੇ ਘਟਨਾਕ੍ਰਮ ਦੇ ਜੋ ਪੈਸੇ ਦਾ ਲੈਣ ਦੇਣ ਹੋ ਰਿਹਾ ਹੈ ਉਹ ਕਿਸ ਤਰ੍ਹਾਂ ਹੋ ਰਿਹਾ ਔਰ ਉਹਦੇ ਕੀ ਮੋਡਸ ਆਪਰੈਂਡੀ ਆ ਔਰ ਪੰਜਾਬ ਅੰਦਰ ਕੀ ਮੋਡਸ ਆਪਰੈਂਡੀ ਅਡਾਪਟ ਕਰਨ ਜਾ ਰਹੇ ਆ। ਇਸ ਤੋਂ ਮੈਂ ਪਹਿਲਾਂ ਤੁਹਾਨੂੰ ਇੱਕ ਗੱਲ ਯਾਦ ਕਰਾ ਦੇਵਾਂ ਕਿ ਮੈਂ ਦਿੱਲੀ ਦੇ ਅੰਦਰ 5 ਮਈ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੇ ਅੰਦਰ ਇਸ ਤਰ੍ਹਾਂ 88 ਲੋਕਾਂ ਨੂੰ ਬੈਕਡੋਰ ਐਂਟਰੀ ਤੋਂ ਭਰਤੀ ਕਰਨ ਜਾ ਰਹੇ ਨੇ। ਮੈਂ ਉਹਨਾਂ ਡਾਇਰੈਕਟਰ ਜਿਹੜੇ ਪਬਲਿਕ ਰਿਲੇਸ਼ਨਸ ਔਰ ਬਾਕੀ ਅਫਸਰਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਸਾਰੀਆਂ ਜਾਣਕਾਰੀ ਮੈਂ ਇਕੱਠੀਆਂ ਕਰਦਾ ਪਿਆ। ਬਹੁਤ ਜਲਦੀ ਹਾਈ ਕੋਰਟ 'ਚ ਕੇਸ ਲੈ ਕੇ ਜਾਊਂਗਾ ਔਰ ਵਿਜੀਲੈਂਸ ਤੋਂ ਇਨਕੁਆਇਰੀ ਕਰਾਊਂਗਾ ਔਰ ਇਹ ਅਫਸਰਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਕੀ ਕਰਨ ਜਾ ਰਹੇ ਨੇ। ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਸ ਸਿਸਟਮ 'ਚੋਂ ਬਾਹਰ ਕੱਢਣ ਵਾਸਤੇ ਔਰ 2 ਲੋਕ ਆਪਣੇ ਚਹੇਤੇ ਲਾਉਣ ਵਾਸਤੇ ਇਹ ਸਾਰਾ ਸਿਸਟਮ ਬਣਾਇਆ। ਸੋ ਪੰਜਾਬ ਦੇ ਅੰਦਰ ਪਹਿਲਾਂ ਦਿੱਲੀ 'ਚ ਸਿਸਟਮ ਬਣਾਇਆ, ਦਿੱਲੀ ਅੰਦਰ ਇਹਨਾਂ ਨੇ ਕਨਸੈਪਟ ਬਣਾਇਆ ਜੀ ਕਿ ਹੁਣ L1 ਕੇਵਲ ਉਹਨਾਂ ਲੋਕਾਂ ਕੋਲ ਹੋਊਗਾ ਜਿਨ੍ਹਾਂ ਦੀ 150 ਕਰੋੜ ਤੋਂ ਉੱਪਰ ਟਰਨਓਵਰ ਹੋਵੇ। 150 ਕਰੋੜ ਤੋਂ ਕਿਸੇ ਉਹਨਾਂ ਕੋਲ ਫੈਕਟਰੀ ਦਾ ਜਿਹਦੀ ਇੰਡਸਟਰੀ ਆ ਫੈਕਟਰੀ ਆ ਸ਼ਰਾਬ ਦੀ ਉਹ ਵੀ L1 ਨਹੀਂ ਲੈ ਸਕਦਾ ਤੇ ਜਿਹੜਾ ਰਿਟੇਲਰ ਉਹ ਵੀ L1 ਨਹੀਂ ਲੈ ਸਕਦਾ, ਤਾਂ ਕਿ ਸਿਲੈਕਟਡ ਟੇਲਰ ਮੇਡ ਪਾਲਿਸੀ ਬਣਾਈ। ਟੇਲਰ ਮੇਡ ਕਿੰਨਾ ਲੋਕਾਂ ਵਾਸਤੇ ਪਾਲਿਸੀ ਬਣਾਈ। ਇਹ 2 ਲੋਕ ਜਿਨ੍ਹਾਂ ਦੇ ਵਾਸਤੇ ਪਾਲਿਸੀ ਬਣਾਈ ਗਈ ਉਹਨਾਂ ਦਾ ਨਾਮ ਆ, ਇੱਕ ਕੰਪਨੀ ਜਿਹੜੀ ਆ ਇੰਡੋ ਸਪਿਰਿਟ ਡਿਸਟ੍ਰੀਬਿਊਸ਼ਨ ਔਰ ਦੂਜੀ ਬ੍ਰਿੰਟਕੋ ਸੇਲਸ ਪ੍ਰਾਈਵੇਟ ਲਿਮਿਟਿਡ। ਇਹ ਸਾਰੀ ਪਾਲਿਸੀ ਜਿਹਨੇ ਬਣਵਾਈ ਆ ਉਸ ਬੰਦੇ ਦਾ ਨਾਮ ਆ ਮਨੋਜ ਰਾਏ। ਮਨੋਜ ਰਾਏ ਜਿਹੜਾ ਇਹ ਕੰਪਨੀ ਦੇ ਅੰਦਰ ਇੰਪਲੋਈ ਆ ਔਰ ਇਸਨੇ ਇਹ ਪੰਜਾਬ ਦੇ ਦਿੱਲੀ ਅੰਦਰ ਪਹਿਲਾਂ ਮੋਡਸ ਆਪਰੈਂਡੀ ਲੈ ਕੇ ਆਂਦੀ, ਜਿਹੜੇ ਲੋਕਾਂ ਨਾਲ ਮਿਲ ਕੇ ਵਿਜੇ ਨਾਇਰ ਔਰ ਇੱਕ ਇਹਨਾਂ ਦਾ ਹੋਰ ਖਾਸਮ ਖਾਸ ਚੇਲਾ ਜਿਹੜਾ ਅੱਜ ਕੱਲ੍ਹ ਪੈਸੇ ਇਕੱਠੇ ਕਰ ਰਿਹਾ ਦਿਨੇਸ਼ ਅਰੋੜਾ, ਇਹ ਲੋਕਾਂ ਨਾਲ ਮਿਲ ਕੇ ਦਿੱਲੀ 'ਚ ਲੈ ਕੇ ਆਂਦੀ। ਇਹਦਾ ਮੋਡਸ ਆਪਰੈਂਡੀ ਕੀ ਬਣਾਈ ਕਿ ਇਹਨਾਂ ਨੂੰ ਕੰਮ ਦਿੱਤਾ ਬ੍ਰਿੰਟਕੋ ਸੇਲਸ ਨੂੰ ਔਰ ਇੰਡੋ ਸਪਿਰਿਟ ਨੂੰ। ਟੇਲਰ ਮੇਡ ਇਹਦੇ ਅੰਦਰ ਕੰਡੀਸ਼ਨ ਸੀਗੀਆਂ ਤਾਂ ਕਿ ਕੋਈ ਹੋਰ ਇਹ 'ਚ ਆ ਨਾ ਸਕੇ। 80% ਜਿਹੜਾ ਕੰਮ ਆ, ਤੁਸੀਂ ਇਹ ਸੁਣ ਕੇ ਹੈਰਾਨ ਹੋ ਗਏ, 80% ਜਿਹੜਾ ਲਿਕਰ ਦਾ ਕੰਮ ਆ ਇਹਨਾਂ 2 ਕੰਪਨੀਆਂ ਦੇ ਕੋਲ ਆ। ਕਿਵੇਂ? ਕਿਉਂਕਿ ਜਿਹੜੀ ਕੰਪਨੀ ਆ ਉਸਨੇ ਕੰਮ ਕਿਤੇ ਤੋਂ ਦਿੱਤਾ, ਹੋਲ ਜਿਹੜੇ ਮੈਨੂਫੈਕਚਰਰਸ ਨੇ ਉਹਨਾਂ ਦੇ ਜਿਹੜੇ 2 ਮੇਨ ਬੰਦੇ ਨੇ, ਮਿਸਟਰ ਰਾਏ ਜਿਹੜਾ ਕਿ ਇਹ ਕੰਮ ਕਰ ਰਿਹਾ ਹੈ ਪਰਨੌਡ ਰਿਕਾਰਡ ਵਾਸਤੇ। ਪਰਨੌਡ ਰਿਕਾਰਡ ਜਿਹੜੀ ਆ ਇਹਦੇ ਕੋਲ। ਸੁਖਬੀਰ ਬਾਦਲ ਦੀ ਧਮਾਕੇਦਾਰ ਸਪੀਚ ਸੁਣੋ, ਭਾਈ ਰਾਜਵਾਨਾ ਦੀ ਭੈਣ ਕਮਲਦੀਪ ਕੌਰ ਨੂੰ ਕੀ ਕਿਹਾ। ਲੋਕ ਸਭਾ ਹਲਕਾ ਸੰਗਰੂਰ ਦੇ ਜਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸਮੂਹ ਪੱਧਰ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜਵਾਨਾ ਦੇ ਹੱਕ 'ਚ ਹਲਕਾ
ਭਦੌੜ ਦੇ ਪਿੰਡ ਢਿਲਵਾ ਵਿਖੇ ਚੋਣ ਪ੍ਰਚਾਰ ਸਮਾਗਮ 'ਚ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸੰਗਤ ਨੂੰ ਬੀਬਾ ਜੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਤੇ ਵੱਖ-ਵੱਖ ਪੰਥਕ ਧਿਰਾਂ ਦੇ ਮੈਂਬਰ ਸਾਹਿਬਾਨ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਅਹਿਮ ਬੇਨਤੀਆਂ ਕਰਨ ਵਾਸਤੇ ਤੁਹਾਡੇ ਚਰਨਾਂ 'ਚ ਆਏ ਆ। ਆ ਜਿਹੜਾ ਇਲੈਕਸ਼ਨ ਹੈ, ਜਿਮਨੀ ਚੋਣ ਹੈ, ਇਹਨੇ ਕੋਈ ਨਵੀਂ ਸਰਕਾਰ ਨਹੀਂ ਬਣਾਉਣੀ। ਇਸ ਚੋਣ ਨੇ ਕੋਈ ਸਰਕਾਰ ਨਹੀਂ ਲਾਉਣੀ, ਪਰ ਇਸ ਚੋਣ ਨੇ ਜੇ ਤੁਸੀਂ ਸਿਰ ਤੇ ਹੱਥ ਰੱਖੋ ਉਹਨਾਂ ਪਰਿਵਾਰਾਂ ਨੂੰ ਇਕੱਠੇ ਕਰ ਦੇਣਾ ਜਿਹੜਾ 32 ਸਾਲ ਇਕੱਠੇ ਨਹੀਂ ਹੋਏ। ਜਿਵੇਂ ਪਹਿਲੇ ਕਿਹਾ ਗਿਆ, ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਆਹ ਇਲੈਕਸ਼ਨ ਵੋਟ ਦਾ ਨਹੀਂ, ਇੱਕ ਜ਼ਿੰਦਗੀਆਂ ਬਣਾਉਣ ਦਾ ਹੈ। ਭੈਣ ਜੀ ਨੇ ਆਪਣੀ ਸਾਰੀ ਕਹਾਣੀ ਦੱਸੀ ਤੇ ਗੱਲ ਸਹੀ ਹੈ ਇਹਨਾਂ ਦੀ। ਜਿਹੜੇ ਪਰਿਵਾਰ ਉਸ ਮਾਹੌਲ ਚੋਂ ਪਲੇ ਹੈ, ਉਸ ਮਾਹੌਲ ਚੋਂ ਨਿਕਲੇ ਹੈ, ਦਰਦ ਉਹੀ ਸਮਝ ਸਕਦੇ ਹੈ। 32 ਸਾਲ, 27 ਸਾਲ, 28 ਸਾਲ ਇੱਕ ਕਮਰੇ 'ਚ। ਭਾਈ ਰਾਜਵਾਨਾ ਸਾਹਿਬ ਪਟਿਆਲਾ ਜੇਲ੍ਹ ਵਿੱਚ 8 ਬਾਏ 8 ਫੁੱਟ ਦਾ ਸੈੱਲ ਹੈ, 8 ਫੁੱਟ ਤੇ 8 ਫੁੱਟ। 16 ਨੰਬਰ ਫਾਂਸੀ ਚੱਕੀ ਜਾਏ, ਫਾਂਸੀ ਚੱਕੀ 16 ਨੰਬਰ 8 ਫੁੱਟ ਦਾ ਹੈ। ਜਿਵੇਂ ਆਪਾਂ ਪਿੰਜਰੇ 'ਚ, ਛੋਟੇ ਜਿਹੇ ਪਿੰਜਰੇ 'ਚ ਜਾਨਵਰ ਤਾੜ ਦਿੰਦੇ ਆ, ਦੇਖੋ ਕਿੰਨੇ ਸਾਲਾਂ ਦੇ ਉਹਨਾਂ ਨੂੰ ਤਾੜ ਕੇ ਰੱਖਿਆ, ਕਿੰਨੇ ਸਾਲਾਂ ਦੇ। ਤੇ ਉਸ ਫਾਂਸੀ ਚੱਕੀ ਤੋਂ 16 ਫੁੱਟ ਅੱਗੇ, ਕੱਲੀ ਫਾਂਸੀ ਚੱਕੀ ਦਾ ਨੰਬਰ ਵੀ 16 ਹੈ ਤੇ ਕੱਲੇ 16 ਫੁੱਟ ਅੱਗੇ ਫਾਂਸੀ ਲੱਗਦੀ ਹੈ। ਮੈਨੂੰ ਯਾਦ ਹੈ ਜਦੋਂ ਸੁਪਰੀਮ ਕੋਰਟ ਨੇ ਫਾਂਸੀ ਦਾ ਐਲਾਨ ਕੀਤਾ, 2 ਦਿਨ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣ ਗਈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ ਤੇ ਸੁਪਰੀਮ ਕੋਰਟ ਦਾ ਆਰਡਰ ਆਇਆ ਚੀਫ ਸੈਕਟਰੀ ਨੂੰ ਕਿ ਕੱਲ 10 ਵਜੇ ਭਾਈ ਰਾਜਵਾਨਾ ਸਾਹਿਬ ਨੂੰ ਫਾਂਸੀ ਦਿੱਤੀ ਜਾਏ। ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੁੰਦਾ ਉਹਦੀ ਤੁਸੀਂ ਉਲੰਘਣਾ ਨਹੀਂ ਕਰ ਸਕਦੇ, ਕਿਉਂਕਿ ਟਾਈਮ ਲਿਖਿਆ ਹੁੰਦਾ, ਇੰਨੇ ਵਜੇ ਇੰਨੇ ਮਿੰਟ ਤੇ ਤੁਸੀਂ ਫਾਂਸੀ ਦੇਣੀ ਹੈ। ਬਾਦਲ ਸਾਹਿਬ ਮੁੱਖ ਮੰਤਰੀ ਬਣੇ, ਸਾਰੇ ਜਦੋਂ ਆਰਡਰ ਆਇਆ, ਚੀਫ ਸੈਕਟਰੀ ਆਰਡਰ ਲੈ ਕੇ ਆਇਆ ਸੀ ਕਿ ਰਾਜਵਾਨਾ ਸਾਹਿਬ ਨੂੰ ਕੱਲ ਹੁਕਮ ਹੈ ਸਵੇਰੇ 10 ਵਜੇ ਫਾਂਸੀ ਦੇਣ ਦੇ। ਬਾਦਲ ਸਾਹਿਬ ਬੜੇ ਪਰੇਸ਼ਾਨ, ਕਹਿੰਦਾ ਮੈਂ ਆਪਣੀ ਰਾਜ ਵਿੱਚ ਰਾਜਵਾਨਾ ਸਾਹਿਬ ਨੂੰ ਫਾਂਸੀ ਨਹੀਂ ਦੇਣੀ। ਜਿਹੜੇ ਅਫਸਰ ਕਹਿੰਦੇ ਜੀ ਆਪਾਂ ਤਾਂ ਟਾਲ ਨਹੀਂ ਸਕਦੇ, ਸਰਕਾਰ ਟੁੱਟ ਜੂਗੀ, ਕਿਉਂਕਿ ਸੁਪਰੀਮ ਕੋਰਟ ਦੀ ਉਲੰਘਣਾ ਹੈ। ਅੱਜ ਤੱਕ ਨਹੀਂ ਕਿਤੇ ਹੋਇਆ। ਬਾਦਲ ਸਾਹਿਬ ਨੇ ਕਿਹਾ ਕਿ ਕੁਛ ਮਰਜ਼ੀ ਹੋ ਜਾਏ, ਫਾਂਸੀ ਨਹੀਂ ਮੈਂ ਦੇਣੀ, ਕੁਛ ਮਰਜ਼ੀ ਹੋ ਜਾਏ। ਉਦੋਂ ਹੀ ਅਸੀਂ ਵਕੀਲ ਬਣਾਏ ਤੇ ਅਸੀਂ ਦੇਖਿਆ ਕਿਵੇਂ ਬਚ ਸਕਦੀ ਹੈ ਫਾਂਸੀ। ਤੇ ਵਕੀਲਾਂ ਨੇ ਕਿਹਾ ਜੇ ਜੇਲ੍ਹ ਸੁਪਰਡੈਂਟ ਕਹਿ ਦੇ ਕਿ ਜੀ ਮੈਂ ਨਹੀਂ ਦੇ ਸਕਦਾ ਹਲੇ ਕਿਉਂਕਿ ਇੰਚਾਰਜ ਹੁੰਦਾ ਹੈ, ਫਿਰ ਕੋਈ ਤਰੀਕਾ ਲੈ ਸਕਦੇ ਆ ਕਿਹਨਾਂ ਪਿੱਛੇ ਪਾਉਣ ਦੇ। ਬਾਦਲ ਸਾਹਿਬ ਨੇ ਵਕੀਲ ਬਣਾਏ, ਜੇਲ੍ਹ ਸੁਪਰਡੈਂਟ ਬਣਾਇਆ, ਉਹਨੂੰ ਗੱਲ ਕੀਤੀ, ਉਹਨੂੰ ਕਿਹਾ ਭਾਵੇਂ ਜੇ ਤੈਨੂੰ ਨੌਕਰੀ ਚੋਂ ਕੱਢ ਦਾਂਗੇ ਅਸੀਂ ਹੋਰ ਨੌਕਰੀ ਦੇ ਦਾਂਗੇ ਤੈਨੂੰ, ਪਰ ਤੂੰ ਫਾਂਸੀ ਨਹੀਂ ਦੇਣੀ। ਉਹਨੇ ਲਿਖ ਕੇ ਦੇਤਾ। ਹਾਈ ਕੋਰਟ ਨੇ ਉਹਨੂੰ ਸਮਨ ਕੀਤਾ ਕਿ ਤੂੰ ਕਿਉਂ ਗਲਤ ਕੀਤੀ, ਆਹ ਫੈਸਲਾ ਕਿਉਂ ਨਹੀਂ ਫਾਂਸੀ ਦਿੱਤੀ, ਪਰ ਅਸੀਂ ਡਟ ਕੇ ਰਹੇ। ਤੁਸੀਂ ਦੇਖੋ ਅੱਜ ਭਾਈ ਰਾਜਵਾਨਾ ਸਾਹਿਬ ਆਪਣੇ ਵਿੱਚ ਹੈ, ਸਟੈਂਡ ਸ਼੍ਰੋਮਣੀ ਅਕਾਲੀ ਦਲ ਦਾ ਸੀ,
ਜੇ ਉਸ ਸਮੇਂ ਕਾਂਗਰਸ ਦਾ ਰਾਜ ਹੁੰਦਾ, ਉਸ ਸਮੇਂ ਕਿਸੇ ਹੋਰ ਪਾਰਟੀ ਦਾ ਰਾਜ ਹੁੰਦਾ, ਅੱਜ ਰਾਜੋਨਾ ਸਾਹਿਬ ਫਾਂਸੀ ਲੱਗ ਜਾਣੀ। ਅੱਜ ਪ੍ਰੋਫੈਸਰ ਭੁੱਲਰ ਸਾਹਿਬ, ਉਹਨਾਂ ਨੂੰ ਇਹ ਰਿਹਾਈ ਕਰਾਇਆ, ਬਾਦਲ ਸਾਹਿਬ, ਮੈਂ ਸਾਰੇ ਹੋਮ ਮਿਨਿਸਟਰ ਮਗਰ ਪੈ ਕੇ ਸੈਂਟ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੈਨੂੰ ਅਮਨਪ੍ਰੀਤ ਨੂੰ ਦਿਓ ਇਜਾਜ਼ਤ ਤੇ ਹੋਰ ਵਧੇਰੇ ਖਬਰਾਂ ਦੇ ਲਈ ਜੁੜੇ ਰਹੋ ਇੰਡੀਆ+ USA ਨਾਲ। ਸਤਿ ਸ਼੍ਰੀ ਅਕਾਲ।